Hello, my dear students. Myself, Kiran Matharu, your online teacher, and today we are going to start our first lesson of 5th class, The Elves and the Shoemaker. Objective: to offer new vocabulary and to develop reading and comprehension skills. ਹਾਂਜੀ, ਇਸ ਚੈਪਟਰ ਨੂੰ ਆਪਾਂ ਰੀਡ ਕਰਨਾ, ਉਹਦਾ ਕੀ ਉਦੇਸ਼ ਹੈ ਇਸ ਚੈਪਟਰ ਨੂੰ ਰੀਡ ਕਰਨ ਦਾ ਕਿ ਇਹਦੇ ਨਾਲ ਇੱਕ ਤਾਂ ਜਿਹੜੇ ਤੁਹਾਡੇ ਲਈ ਨਿਊ ਵਰਡਸ ਹੁੰਦੇ ਆ ਇੰਗਲਿਸ਼ ਦੇ ਉਹ ਤੁਹਾਨੂੰ ਸਮਝ ਆਉਣ, ਅਤੇ ਦੂਸਰਾ ਰੀਡਿੰਗ ਸਕਿੱਲ ਜਿਹੜੀ ਤੁਹਾਡੀ ਰੀਡ ਕਰਨਾ, ਲੈਸਨ ਨੂੰ ਰੀਡ ਕਰਨਾ ਉਹਦੇ ਬਾਰੇ ਪਤਾ ਚੱਲੇ। ਠੀਕ ਹੈ, ਅਤੇ ਨਾਲ ਹੀ ਤੁਹਾਡੀ ਜਿਹੜੀ ਸਮਝਣ ਦੀ ਸ਼ਕਤੀ ਹੈ, ਕੁਸ਼ਲਤਾ ਆ, ਉਹਦੇ ਵਿੱਚ ਵੀ ਵਾਧਾ ਹੋਵੇ। ਠੀਕ ਹੈ, ਚਲੋ ਸਭ ਤੋਂ ਪਹਿਲਾਂ ਕੀ ਹੈ ਨਿਊ ਵਰਡਸ। ਹਾਂਜੀ, ਸਭ ਤੋਂ ਅੱਗੇ ਹੈਗਾ ਸ਼ੂ ਮੇਕਰ। ਸ਼ੂ ਮੇਕਰ ਕੌਣ ਹੁੰਦਾ? ਜੋ ਬੂਟ ਬਣਾਉਂਦਾ ਆ, ਉਹਨੂੰ ਆਪਾਂ ਕਹਿ ਦਿੰਦੇ ਸ਼ੂ ਮੇਕਰ। ਐਲਵਜ਼, ਐਲਵਜ਼ ਵਰਡ ਸੁਣਿਆ ਕਦੀ? ਐਲਵਜ਼ ਕਹਾਣੀਆਂ ਦੇ ਵਿੱਚ ਹੁੰਦੇ ਆ ਜ਼ਿਆਦਾਤਰ। ਐਲਵਜ਼ ਨੂੰ ਆਪਾਂ ਕਹਿ ਦਿੰਦੇ ਹਾਂ ਬੌਣੇ, ਜਿਹੜੇ ਬਹੁਤ ਛੋਟੇ ਛੋਟੇ ਜਿਹੇ ਹੁੰਦੇ ਆ ਨਾ। ਨੈਕਸਟ ਆ ਗਿਆ ਪੇਅਰ। ਹਾਂਜੀ, ਪੇਅਰ ਜੋੜਾ, ਸੇਮ ਦੋ ਚੀਜ਼ਾਂ ਜਦੋਂ ਹੋਣ ਉਹਨੂੰ ਆਪਾਂ ਕਹਿ ਦਿੰਦੇ ਪੇਅਰ। ਨੈਕਸਟ ਹੈਗਾ ਮਾਸਟਰਪੀਸ। ਮਾਸਟਰਪੀਸ ਜਿਹੜੀ ਸਭ ਤੋਂ ਵਧੀਆ ਬਣਾਈ ਗਈ ਚੀਜ਼ ਹੋਵੇ, ਅਦਭੁਤ ਨਮੂਨਾ ਕਿਸੇ ਚੀਜ਼ ਦਾ। ਸਕਿੱਲਫੁਲੀ ਬਹੁਤ ਕੁਸ਼ਲਤਾ ਦੇ ਨਾਲ। ਕਸਟਮਰ ਗਾਹਕ, ਹੈ ਨਾ। ਯੂਜੂਅਲ ਆਮ ਤੌਰ 'ਤੇ। ਹੈਮਰ ਹਥੌੜਾ। ਠੀਕ ਹੈ, ਤੁਸੀਂ ਹੁਣ ਇਹ ਵਰਡਸ ਸੁਣ ਲਏ ਅਤੇ ਤੁਸੀਂ ਇਸ ਤਰ੍ਹਾਂ ਕਰੋ, ਇਹਨੂੰ ਜੇ ਤੁਸੀਂ ਇਸ ਤਰ੍ਹਾਂ ਨਹੀਂ ਯਾਦ ਰੱਖ ਸਕਦੇ ਤੁਸੀਂ ਆਪਣੀ ਕਾਪੀ ਅਤੇ ਪੈਨ ਕੋਲ ਹੀ ਰੱਖੋ ਅਤੇ ਨੋਟ ਕਰੀ ਚੱਲੋ ਨਾਲ ਨਾਲ ਆਪਣੇ। ਠੀਕ ਹੈ, ਨਾਲ ਨਾਲ ਜਿਹੜੇ ਵਰਡਸ ਆਉਂਦੇ ਡਿਫੀਕਲਟ ਵਰਡਸ ਉਹਨਾਂ ਨੂੰ ਆਪਣੀ ਕਾਪੀ ਦੇ ਉੱਪਰ ਨੋਟ ਡਾਊਨ ਕਰੀ ਚੱਲੋ। ਠੀਕ ਹੈ, ਹਾਂਜੀ। ਪ੍ਰੀ ਰੀਡਿੰਗ। ਹੈਵ ਯੂ ਐਵਰ ਬੀਨ ਟੂ ਅ ਸ਼ੂ ਮੇਕਰ? ਕੀ ਤੁਸੀਂ ਕਦੀ ਕਿਸੇ ਬੂਟ ਬਣਾਉਣ ਵਾਲੇ ਦੇ ਕੋਲ ਗਏ ਆ? ਗਏ ਹੋਵੋਗੇ, ਹੈ ਨਾ। ਅੱਗੇ ਹੈਗਾ ਹੈਵ ਯੂ ਹਰਡ ਅਬਾਊਟ ਐਲਵਜ਼? ਕੀ ਤੁਸੀਂ ਕਦੀ ਐਲਵਜ਼ ਦੇ ਬਾਰੇ, ਬੌਣਿਆਂ ਦੇ ਬਾਰੇ ਸੁਣਿਆ ਹੋਇਆ ਆ? ਹਾਂਜੀ, ਨੈਕਸਟ ਹੈ ਡੂ ਯੂ ਲਾਈਕ ਵੇਅਰਿੰਗ ਨਿਊ ਸ਼ੂਜ਼? ਕੀ ਤੁਹਾਨੂੰ ਨਵੇਂ ਸ਼ੂਜ਼ ਪਾਉਣਾ ਵਧੀਆ ਲੱਗਦਾ ਆ? ਲੱਗਦਾ ਹੀ ਹੁੰਦਾ ਨਾ ਸਾਰੇ ਬੱਚਿਆਂ ਨੂੰ, ਨਿਊ ਚੀਜ਼ ਜਦੋਂ ਮਿਲਦੀ ਆ ਉਹਨਾਂ ਨੂੰ ਵਧੀਆ ਹੀ ਲੱਗਦੀ ਆ। ਹਾਂਜੀ, ਹੁਣ ਆਹ ਦੇਖੋ, ਆਹ ਪਿਕਚਰ ਹੈ ਇੱਕ, ਇਹ ਸ਼ੂ ਮੇਕਰ ਦੀ ਪਿਕਚਰ ਆ, ਹੈ ਨਾ। ਆਹ ਸਾਹਮਣੇ ਬਣਾ ਰਿਹਾ ਨਾ ਸ਼ੂਜ਼, ਇਹ ਸ਼ੂ ਮੇਕਰ ਆ। ਦੇਖੋ ਸ਼ੂਜ਼ ਬਣਾ ਰਿਹਾ, ਉਹਦੇ ਕੋਲ ਆਪਣੇ ਹੱਥ ਦੇ ਵਿੱਚ ਉਹਦੇ ਹੈਮਰ ਫੜਿਆ ਹੋਇਆ ਨਾ, ਹਥੌੜਾ ਫੜਿਆ ਹੋਇਆ। ਇੱਧਰ ਜਿਹੜੀਆਂ ਸਾਰੀਆਂ ਚੀਜ਼ਾਂ ਪਈਆਂ ਜਿਹਦੇ ਨਾਲ ਉਹ ਸ਼ੂਜ਼ ਤਿਆਰ ਕਰਦਾ, ਉਹ ਸਾਰਾ ਉਹਦਾ ਸਮਾਨ ਪਿਆ। ਠੀਕ ਹੈ, ਅਤੇ ਇੱਧਰਲੀ ਸਾਈਡ 'ਤੇ ਜੇ ਤੋਂ ਸ਼ੂਜ਼ ਤਿਆਰ ਹੁੰਦੇ ਲੈਦਰ, ਹੈ ਨਾ, ਚਮੜਾ, ਉਹ ਵੀ ਪਿਆ ਆ। ਦੇਖ ਰਹੇ ਹੋ ਨਾ। ਚਲੋ ਜੀ, ਹਾਂਜੀ। ਨੈਕਸਟ ਹੁਣ ਆਪਾਂ ਚੈਪਟਰ ਰੀਡ ਕਰਦੇ ਹਾਂ। ਆਰ ਯੂ ਰੈਡੀ ਟੂ ਲਿਸਨ? ਠੀਕ ਹੈ, ਚਲੋ। ਵੰਸ ਦੇਅਰ ਵੋਜ਼ ਅ ਸ਼ੂ ਮੇਕਰ। ਇੱਕ ਵਾਰੀ ਇੱਕ ਬੂਟ ਬਣਾਉਣ ਵਾਲਾ ਸੀ। He became so poor that he had nothing left to run his family but only enough leather for just one pair of shoes. ਹੁਣ ਜਿਹੜਾ ਉਹ ਸ਼ੂ ਮੇਕਰ ਸੀ ਉਹ ਇੰਨਾ ਗਰੀਬ ਹੋ ਚੁੱਕਿਆ ਸੀ ਕਿ ਉਹਦੇ ਕੋਲ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਕੁਝ ਨਹੀਂ ਬਚਿਆ ਸੀ। ਬਟ ਓਨਲੀ ਇਨਫ ਲੈਦਰ, ਪਰ ਕੁਛ ਉਹਦੇ ਕੋਲ ਸਿਰਫ ਇੱਕ ਚਮੜਾ ਹੀ ਰਹਿ ਗਿਆ ਸੀ। ਇੰਨਾ ਕੁ ਚਮੜਾ ਰਹਿ ਗਿਆ ਸੀ ਜਿਹਦੇ ਨਾਲ ਉਹ ਇੱਕ ਬੂਟਾਂ ਦਾ ਜੋੜਾ ਤਿਆਰ ਕਰ ਸਕਦਾ। ਸੋ in the evening he cut out the leather with great care to make the shoes. ਫਿਰ ਇਸ ਲਈ ਸ਼ਾਮ ਨੂੰ ਉਹਨੇ ਕੀ ਕੀਤਾ, ਉਹਨੇ ਉਸ ਚਮੜੇ ਦਾ ਜਿਹੜਾ ਉਹਦੇ ਕੋਲ ਟੁਕੜਾ ਪਿਆ ਸੀ ਨਾ, ਉਹਨੂੰ ਬੜੇ ਧਿਆਨ ਦੇ ਨਾਲ ਕੱਟਿਆ ਤਾਂ ਕਿ ਉਹ ਉਹਦੇ ਤੋਂ ਬੂਟ ਤਿਆਰ ਕਰ ਸਕੇ। But he was so disappointed that he left his work on the table to finish in the morning. ਪਰ ਉਹ ਬਹੁਤ ਨਿਰਾਸ਼ ਸੀ। ਉਹਨੇ ਕੀ ਕੀਤਾ, ਜਿਹੜਾ ਉਹਨੇ ਆਪਣਾ ਉਹ ਕੰਮ ਸੀ ਕਿ ਕਰਨਾ ਸੀ, ਉਹਨੇ ਮਤਲਬ ਚਮੜਾ ਕੱਟਿਆ ਹੋਇਆ ਸੀ ਨਾ, ਉਹਨੂੰ ਉਸੇ ਤਰ੍ਹਾਂ ਉਹਨੇ ਟੇਬਲ ਦੇ ਉੱਪਰ ਰੱਖ ਦਿੱਤਾ। ਟੂ ਫਿਨਿਸ਼ ਇਨ ਦ ਮੋਰਨਿੰਗ, ਵੀ ਹੁਣ ਇਹਨੂੰ ਸਵੇਰੇ ਕੰਪਲੀਟ ਕਰੇਗਾ ਉਹ। ਹੀ ਵੋਜ਼ ਆਲਮੋਸਟ ਇਨ ਟੀਅਰਸ, ਮਤਲਬ ਉਹ ਇੰਨਾ ਦੁਖੀ ਸੀ ਕਿ ਰੋਣ ਹੀ ਵਾਲਾ ਸੀ, ਮਤਲਬ ਉਹਦੀਆਂ ਅੱਖਾਂ 'ਚ ਹੰਝੂ ਸੀ। ਠੀਕ ਹੈ, ਉਹ ਦੁਖੀ ਸੀਗਾ। ਬਿਫੋਰ ਹੀ ਫੈਲ ਅਸਲੀਪ ਹੀ ਪ੍ਰੇਡ ਟੂ ਗੋਡ ਐਂਡ ਆਸਕਡ ਟੂ ਹੈਲਪ ਹਿਮ। ਹੁਣ ਸੌਣ ਤੋਂ ਪਹਿਲਾਂ ਉਹਨੇ ਕੀ ਕੀਤਾ, ਪ੍ਰੇਡ, ਪ੍ਰਾਰਥਨਾ ਕੀਤੀ, ਹੈ ਨਾ, ਗੋਡ ਨੂੰ, ਪਰਮਾਤਮਾ ਨੂੰ ਉਹਨੇ ਪ੍ਰਾਰਥਨਾ ਕੀਤੀ ਕਿ ਪਰਮਾਤਮਾ ਮੇਰੀ ਹੈਲਪ ਕਰ, ਮੇਰੀ ਮਦਦ ਕਰ। ਇਨ ਦ ਮੋਰਨਿੰਗ ਹੀ ਫਾਊਂਡ ਅ ਵੰਡਰਫੁਲ ਪੇਅਰ ਆਫ ਸ਼ੂਜ਼ ਔਨ ਹਿਜ਼ ਟੇਬਲ। ਜਦੋਂ ਸਵੇਰਾ ਹੋਇਆ
ਉਹਨੇ ਦੇਖਿਆ ਕਿ ਉਹਦੇ ਟੇਬਲ ਦੇ ਉੱਪਰ, ਉਹਦੇ ਮੇਜ਼ ਦੇ ਉੱਪਰ ਇੱਕ ਬਹੁਤ ਸੁੰਦਰ ਜਿਹੜੇ ਸ਼ੂਜ਼ ਆ ਨਵੇਂ ਉਹ ਬਣੇ ਪਏ ਆ। ਹੀ ਵੋਜ਼ ਸਰਪ੍ਰਾਈਜ਼ਡ, ਸਰਪ੍ਰਾਈਜ਼ ਦਾ ਮਤਲਬ ਹੁੰਦਾ ਹੈਰਾਨ ਹੋ ਗਿਆ, ਅਤੇ ਉਹ ਹੈਰਾਨ ਹੋ ਗਿਆ ਦੇਖ ਕੇ। ਹੀ ਟੁੱਕ ਦ ਸ਼ੂਜ਼ ਇਨ ਹਿਜ਼ ਹੈਂਡਸ ਐਂਡ ਲੁਕਡ ਐਟ ਦੈਮ ਕਲੋਜ਼ਲੀ। ਉਹਨੇ ਕੀ ਕੀਤਾ, ਉਹਨੇ ਆਪਣੇ ਹੱਥਾਂ ਨਾਲ ਉਹ ਸ਼ੂਜ਼ ਚੁੱਕੇ, ਠੀਕ ਹੈ, ਆਪਣੇ ਹੱਥਾਂ 'ਚ ਲਏ ਅਤੇ ਉਹਨੇ ਦੇਖਿਆ ਉਹਨੂੰ ਕੋਲ ਦੀ ਨੇੜੇ ਜਿਹੇ ਹੋ ਕੇ ਦੇਖਿਆ ਉਹਨਾਂ ਨੂੰ। ਦੇ ਵਰ ਸੋ ਨੀਟਲੀ ਮੇਡ ਦੈਟ ਦੇਅਰ ਵੋਜ਼ ਨੋਟ ਈਵਨ ਵਨ ਬੈਡ ਸਟਿਚ ਔਨ ਦੈਮ। ਉਹਨੂੰ ਇੰਨੀ ਹੈਰਾਨੀ ਹੋਈ ਵੀ ਇੰਨੀ ਸਫਾਈ ਦੇ ਨਾਲ ਬਣਾਇਆ ਗਏ ਸੀ ਇਹ ਸ਼ੂਜ਼ ਜਿਹੜਾ ਸੀ ਨਾ, ਕਿ ਉਹਦੇ ਉੱਪਰ ਇੱਕ ਵੀ ਗਲਤ ਤਰੀਕੇ ਨਾਲ ਨਹੀਂ ਸੀ ਟਾਂਕਾ ਲੱਗਿਆ ਹੋਇਆ, ਬਿਲਕੁਲ ਵਧੀਆ ਤਰੀਕੇ ਨਾਲ ਬਣਾਏ ਹੋਏ ਸੀ। ਦ ਪੇਅਰ ਆਫ ਸ਼ੂਜ਼ ਵੋਜ਼ ਇੰਡੀਡ ਅ ਮਾਸਟਰਪੀਸ। ਅਤੇ ਹੁਣ ਜਿਹੜੇ ਇਹ ਬੂਟਾਂ ਦਾ ਜੋੜਾ ਸੀ ਇਹ ਸੱਚਮੁੱਚ ਹੀ ਇੱਕ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਨਮੂਨਾ ਸੀ। ਸੂਨ ਆਫਟਰ ਅ ਕਸਟਮਰ ਕੇਮ ਇਨ ਟੂ ਦ ਸ਼ੋਪ। ਥੋੜ੍ਹੇ ਕੁ ਟਾਈਮ ਬਾਅਦ ਦੇਖਿਆ, ਕੁਝ ਸਮੇਂ ਬਾਅਦ ਇੱਕ ਕਸਟਮਰ ਆਇਆ ਉਹਦੀ ਸ਼ੋਪ 'ਤੇ, ਹੈ ਨਾ, ਇੱਕ ਗ੍ਰਾਹਕ ਆਇਆ ਉਹਦੀ ਦੁਕਾਨ 'ਤੇ। ਹੀ ਲਾਈਕਡ ਦ ਸ਼ੂਜ਼ ਐਂਡ ਪੇਡ ਮੋਰ ਦੈਨ ਦ ਯੂਜ਼ੂਅਲ ਪ੍ਰਾਈਜ਼। ਉਹਨੂੰ ਉਹ ਬੂਟ ਪਸੰਦ ਆ ਗਏ, ਠੀਕ ਹੈ, ਅਤੇ ਉਹਨੇ ਕੀ ਕੀਤਾ, ਜਿੰਨੇ ਆਮ ਤੌਰ 'ਤੇ ਬੂਟਾਂ ਦੇ ਪ੍ਰਾਈਜ਼ ਹੁੰਦੀ ਦੇਣੀ ਸੀ ਉਹਨੇ ਉਸ ਤੋਂ ਵੀ ਵੱਧ ਉਹਨੂੰ ਦੇ ਦਿੱਤੇ। ਨਾਓ ਦ ਸ਼ੂ ਮੇਕਰ ਵੋਜ਼ ਵੈਰੀ ਹੈਪੀ ਐਜ਼ ਹੀ ਹੈਡ ਇਨਫ ਮਨੀ ਟੂ ਬਾਈ ਲੈਦਰ ਫॉर 2 ਪੇਅਰਸ ਆਫ ਸ਼ੂਜ਼। ਹੁਣ ਕੀ ਹੋਇਆ, ਜਦੋਂ ਉਹਨੂੰ ਪੈਸੇ ਮਿਲ ਗਏ, ਵੱਧ ਪੈਸੇ ਮਿਲ ਗਏ ਹੈ ਨਾ ਸ਼ੂਜ਼ ਦੇ, ਤਾਂ ਉਹ ਬਹੁਤ ਖੁਸ਼ ਹੋਇਆ। ਜਿਹੜਾ ਸ਼ੂ ਮੇਕਰ ਸੀ ਉਹ ਬਹੁਤ ਖੁਸ਼ ਹੋਇਆ, ਕਿਉਂਕਿ ਹੁਣ ਉਹਦੇ ਕੋਲ ਇੰਨੇ ਕੁ ਪੈਸੇ ਉਹਦੇ ਕੋਲ ਆ ਗਏ ਸੀ ਕਿ ਉਹਦੇ ਨਾਲ ਉਹ ਹੋਰ ਨਵੇਂ 2 ਮਤਲਬ ਜਿਹੜੇ ਬੂਟਾਂ ਦਾ ਜੋੜਾ ਤਿਆਰ ਕਰਨ ਦੇ ਲਈ ਉਹ ਹੋਰ ਚਮੜਾ ਖਰੀਦ ਸਕਦਾ ਸੀ। ਲੈਦਰ ਕੀ ਹੁੰਦਾ, ਚਮੜਾ। ਦੈਟ ਨਾਈਟ ਹੀ ਕੱਟ ਆਊਟ ਦ ਲੈਦਰ ਐਂਡ ਦ ਨੈਕਸਟ ਮੋਰਨਿੰਗ ਹੀ ਫਾਊਂਡ 2 ਪੇਅਰਸ ਆਫ ਬਿਊਟੀਫੁਲੀ ਫਿਨਿਸ਼ਡ ਸ਼ੂਜ਼। ਅਤੇ ਫਿਰ ਉਸ ਰਾਤ ਨੂੰ ਉਹਨੇ ਫਿਰ ਕੀ ਕੀਤਾ, ਉਹਨੇ ਫਿਰ ਚਮੜਾ ਕੱਟਿਆ ਅਤੇ ਅਗਲੀ ਸਵੇਰ ਲਈ ਰੱਖ ਲਿਆ। ਫਿਰ ਅਗਲੀ ਸਵੇਰ ਉੱਠਿਆ, ਫਿਰ ਦੇਖਿਆ ਉਹਨੇ ਵੀ ਨਵੇਂ ਬਣੇ ਹੋਏ ਫਿਰ ਬੂਟਾਂ ਦੇ ਜੋੜੇ ਪਏ ਹੋਏ ਆ ਉੱਥੇ, ਬਹੁਤ ਸੁੰਦਰ ਤਰੀਕੇ ਨਾਲ ਬਣਾਏ ਹੋਏ ਪਏ ਆ। ਦਿਸ ਕੰਟੀਨਿਊਡ ਫॉर ਮੈਨੀ ਨਾਈਟਸ। ਕੰਟੀਨਿਊਡ ਹੁੰਦਾ ਚੱਲਦਾ ਰਿਹਾ, ਇਹੀ ਜਾਰੀ ਰਹੀ ਇਹੀ ਗੱਲ, ਅਤੇ ਇਹ ਗੱਲ ਜਿਹੜੀ ਸੀ ਇਹ ਕਈ ਰਾਤਾਂ ਤੱਕ ਚੱਲਦੀ ਰਹੀ, ਠੀਕ ਹੈ। ਜਦੋਂ ਵੀ ਉੱਠਦਾ ਉਹ ਨਵੇਂ ਸ਼ੂਜ਼ ਪਏ ਹੁੰਦੇ ਸੀ ਬਣੇ ਹੋਏ। ਹਾਂਜੀ, ਅੱਗੇ ਦੇਖਦੇ ਹਾਂ। Any leather that he cut out in the evening was beautifully finished by the morning. ਜਿਹੜੇ ਵੀ ਚਮੜੇ ਨੂੰ ਉਹ ਸ਼ਾਮ ਨੂੰ ਕੱਟ ਕੇ ਰੱਖਦਾ ਸੀ, ਹੈ ਨਾ, ਵੀ ਅਗਲੇ ਦਿਨ ਬਣਾਵਾਂਗਾ ਇਹਦੇ 'ਚੋਂ ਸ਼ੂਜ਼, ਅਤੇ ਉਹ ਦੇਖਦਾ ਸਵੇਰੇ ਉੱਠ ਕੇ ਵੀ ਉਹਨਾਂ ਤੋਂ ਪਹਿਲਾਂ ਹੀ ਉਹ ਚਮੜੇ ਤੋਂ ਮਤਲਬ ਨਵੇਂ ਸ਼ੂਜ਼ ਤਿਆਰ ਕੀਤੇ ਪਏ ਹੁੰਦੇ। ਸੂਨ ਦ ਸ਼ੂ ਮੇਕਰ ਬਿਕੇਮ ਰਿਚ। ਅਤੇ ਫਿਰ ਛੇਤੀ ਹੀ ਕੀ ਹੋਇਆ, ਇਹਦੇ ਨਾਲ ਸ਼ੂ ਮੇਕਰ ਅਮੀਰ ਹੋ ਗਿਆ, ਰਿਚ ਅਮੀਰ ਹੋ ਗਿਆ। ਹਾਂਜੀ, ਆਹ 2 ਪਿਕਚਰਸ ਦੇ ਵਿੱਚ ਬੋਇਜ਼ ਜਿਹੜੇ ਆ ਦੇਖੋ, ਆਪਾਂ ਅੱਗੇ ਪੜ੍ਹਦੇ ਹਾਂ ਵੀ ਇਹ ਕੌਣ ਆ, ਹੈ ਨਾ। ਹਾਂਜੀ, ਵਨ ਈਵਨਿੰਗ ਦ ਮੈਨ ਸੈਡ ਟੂ ਹਿਜ਼ ਵਾਈਫ ਲੈਟ ਅਸ ਸਟੇ ਅਪ ਟੂ ਨਾਈਟ ਟੂ ਸੀ ਹੂ ਇਜ਼ ਹੈਲਪਿੰਗ ਅਸ। ਫਿਰ ਇੱਕ ਸ਼ਾਮ ਨੂੰ ਕੀ ਹੋਇਆ, ਜਿਹੜਾ ਉਹ ਆਦਮੀ ਸੀ, ਹੈ ਨਾ, ਸ਼ੂ ਮੇਕਰ, ਉਹਨੇ ਆਪਣੀ ਵਾਈਫ ਨੂੰ ਕਿਹਾ, ਕਹਿੰਦਾ ਅੱਜ ਆਪਾਂ ਰਾਤ ਨੂੰ ਦੇਖਾਂਗੇ ਵੀ ਆਪਣੀ ਮਦਦ ਕੌਣ ਕਰ ਰਿਹਾ ਹੈ, ਠੀਕ ਹੈ। ਦ ਵੀਮੈਨ ਲਾਈਕ ਦ ਆਈਡੀਆ। ਅਤੇ ਉਸ ਔਰਤ ਨੂੰ ਵੀ ਉਹਦਾ ਜਿਹੜਾ ਆਈਡੀਆ ਸੀ, ਉਹਦਾ ਵਿਚਾਰ ਸੀ, ਉਹ ਪਸੰਦ ਆਇਆ। ਸ਼ੀ ਲਾਈਟਡ ਅ ਕੈਂਡਲ। ਕੈਂਡਲ ਕੀ ਹੁੰਦਾ, ਮੋਮਬੱਤੀ, ਹੈ ਨਾ। ਫਿਰ ਉਸਨੇ ਕੀ ਕੀਤਾ, ਇੱਕ ਮੋਮਬੱਤੀ ਜਲਾ ਲਈ। ਦ ਰੂਮ ਵਾਜ਼ ਲਿਟ ਬਾਈ ਦ ਕੈਂਡਲ ਫਲੇਮ। ਤਾਂ ਕਿ ਜਿਹੜੀ ਕਮਰੇ ਦੇ ਵਿੱਚ ਉਹਦੇ ਨਾਲ ਕੀ ਹੋਇਆ, ਜਦੋਂ ਉਹਨੇ ਮੋਮਬੱਤੀ ਜਲਾਤੀ ਅਤੇ ਕਮਰੇ ਵਿੱਚ ਰੋਸ਼ਨੀ ਹੋ ਗਈ। ਦੈਨ ਦੇ ਹਿਡ ਦੈਮਸੈਲਵਸ ਇਨ ਅ ਕੋਰਨਰ ਆਫ ਦ ਰੂਮ ਬਿਹਾਈਂਡ ਦ ਕਰਟਨ। ਫਿਰ ਕੀ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਇੱਕ ਕਮਰੇ ਦੇ ਇੱਕ ਕੋਨੇ ਦੇ ਵਿੱਚ ਛੁਪਾ ਦਿੱਤਾ। ਕਿੱਥੇ, ਬਿਹਾਈਂਡ ਦ ਕਰਟਨ। ਕਰਟਨ ਕੀ ਹੁੰਦਾ, ਪਰਦਾ, ਠੀਕ ਹੈ, ਪਰਦੇ ਦੇ ਪਿੱਛੇ ਉਹਨਾਂ ਨੇ ਆਪਣੇ ਆਪ ਨੂੰ ਛੁਪਾ ਦਿੱਤਾ। ਹਾਂਜੀ, ਐਟ ਮਿਡਨਾਈਟ 2 ਲਿਟਲ ਐਲਵਸ ਕੇਮ ਡੈਂਸਿੰਗ ਇਨ ਟੂ ਦ ਰੂਮ। ਅਤੇ ਜਦੋਂ ਅੱਧੀ ਰਾਤ ਹੋਈ, 2 ਛੋਟੇ ਛੋਟੇ ਬੌਣੇ ਜਿਹੜੇ ਸੀ ਨਾ, ਉਹ ਕਮਰੇ 'ਚ ਆ ਕੇ ਡਾਂਸ ਕਰਨ ਲੱਗ ਜਾਂਦੇ, ਨੱਚਣ ਲੱਗ ਜਾਂਦੇ ਆ। ਬੋਥ ਵਰ ਵੇਅਰਿੰਗ ਓਲਡ ਐਂਡ ਟੋਰਨ ਕਲੋਥਸ। ਅਤੇ ਉਹਨਾਂ ਦੋਨਾਂ ਨੇ ਕੀ ਪਹਿਨਿਆ ਹੋਇਆ ਸੀ, ਉਹਨਾਂ ਦੋਨਾਂ ਨੇ ਪੁਰਾਣੇ ਫਟੇ ਹੋਏ ਕੱਪੜੇ ਪਹਿਨੇ ਹੋਏ ਸੀ, ਠੀਕ ਹੈ, ਪੁਰਾਣੇ ਕੱਪੜੇ ਉਹਨਾਂ ਨੇ ਪਾਏ ਹੋਏ ਸੀ। ਦੇ ਸੈਟ ਡਾਊਨ ਐਟ ਦ ਸ਼ੂ ਮੇਕਰਸ ਟੇਬਲ। ਅਤੇ ਉਹ ਕੀ ਕੀਤਾ ਉਹਨਾਂ ਨੇ, ਜਿਹੜਾ ਸ਼ੂ ਮੇਕਰ ਦਾ ਟੇਬਲ ਪਿਆ ਸੀ ਉਹਦੇ ਉੱਪਰ ਬੈਠ ਜਾਂਦੇ ਆ ਉਹ। ਦੇ ਬਿਗੇਨ ਟੂ ਸਟਿਚ, ਸਿਊ ਐਂਡ ਹੈਮਰ ਸੋ ਸਕਿਲਫੁਲੀ ਦੈਟ ਦ ਸ਼ੂ ਮੇਕਰ ਵਾਜ਼ ਸਰਪ੍ਰਾਈਜ਼ਡ। ਅਤੇ ਉਹਨਾਂ ਨੇ ਉੱਥੇ ਬੈਠ ਕੇ ਕੀ ਕਰਨਾ ਸ਼ੁਰੂ ਕਰਤਾ,
ਉਹਨੂੰ ਸ਼ੂਜ਼ ਨੂੰ ਬਣਾਉਣਾ ਸ਼ੁਰੂ ਕਰਤਾ, ਤਿਆਰ ਕਰਨਾ, ਸਿਊ ਉਹਨੂੰ ਸਿਲਾਈ ਕਰਨੀ ਸ਼ੁਰੂ ਕਰਤੀ ਉਹਦੀ। ਅਤੇ ਹੈਮਰ ਹਥੌੜੇ ਨਾਲ ਮਾਰ ਮਾਰ ਕੇ ਬੜੇ ਵਧੀਆ ਤਰੀਕੇ ਨਾਲ, ਜਿਸ ਤਰ੍ਹਾਂ ਸ਼ੂ ਮੇਕਰ ਬਣਾਉਂਦਾ ਸੀ ਨਾ ਸ਼ੂਜ਼, ਉਹਨਾਂ ਨੇ ਉਹ ਸ਼ੂਜ਼ ਬਣਾਉਣੇ ਸ਼ੁਰੂ ਕਰ ਦਿੱਤੇ। ਅਤੇ ਜਿਹਨੂੰ ਦੇਖ ਕੇ ਸ਼ੂ ਮੇਕਰ ਬਹੁਤ ਹੈਰਾਨ ਹੋ ਗਿਆ। ਦ ਐਲਵਸ ਫਿਨਿਸ਼ ਦ ਵਰਕ ਐਂਡ ਰੈਨ ਅਵੇ। ਅਤੇ ਹੁਣ ਐਲਵਸ ਨੇ ਆਪਣਾ ਇਹ ਕੰਮ ਖ਼ਤਮ ਕੀਤਾ ਅਤੇ ਉੱਥੋਂ ਦੌੜ ਗਏ। ਹਾਂਜੀ, ਆਹ ਪਿਕਚਰ ਦੇਖ ਰਹੇ ਹੋ, ਇਹ ਸ਼ੂ ਮੇਕਰ ਅਤੇ ਉਹਦੀ ਵਾਈਫ ਦੀ ਪਿਕਚਰ ਆ, ਹੈ ਨਾ। ਦ ਵਿਮਨ ਸੈਡ ਦੋਜ਼ ਲਿਟਲ ਮੈਨ ਹੈਵ ਮੇਡ ਅਸ ਰਿਚ। ਹੁਣ ਉਹਨੇ ਕੀ ਕਿਹਾ, ਆਪਣੇ ਹਸਬੈਂਡ ਨੂੰ ਕਿਹਾ ਉਹਨੇ, ਕਹਿੰਦੀ ਕਿ ਜਿਹੜੇ ਇਹ ਛੋਟੇ ਛੋਟੇ ਆਦਮੀ ਆ, ਇਹਨਾਂ ਨੇ ਸਾਨੂੰ ਅਮੀਰ ਬਣਾ ਦਿੱਤਾ ਹੈ। ਵੀ ਸ਼ੁੱਡ ਸ਼ੋ ਆਰ ਗ੍ਰੈਟੀਟਿਊਡ ਟੂ ਦੈਮ ਫॉर देयर ਸੈਲਫਲੈਸ ਸਰਵਿਸ। ਸਾਨੂੰ ਕੀ ਕਰਨਾ ਚਾਹੀਦਾ ਕਿ ਇਹਨਾਂ ਨੂੰ, ਸਾਨੂੰ ਵੀ ਧੰਨਵਾਦ ਦੇਣਾ ਚਾਹੀਦਾ ਆ, ਜਿਹੜਾ ਆਪਣੇ ਲਈ, ਸਾਡੇ ਲਈ ਇਹਨਾਂ ਨੇ ਨਿਰਸਵਾਰਥ ਹੋ ਕੇ ਸੇਵਾ ਕੀਤੀ ਹੈ। ਆਈ ਵਿਲ ਮੇਕ ਲਿਟਲ ਸ਼ਰਟਸ, ਕੋਟਸ, ਵੈਸਟ, ਟਰਾਊਜ਼ਰ ਐਂਡ ਅ ਪੇਅਰ ਆਫ ਸੌਕਸ ਫॉर ਦੈਮ। ਕਹਿੰਦੀ ਕਿ ਮੈਂ ਇਹਨਾਂ ਵਾਸਤੇ ਛੋਟੇ ਛੋਟੀਆਂ ਸ਼ਰਟਸ, ਕਮੀਜ਼ਾਂ, ਕੋਟ, ਵੈਸਟ ਹੁੰਦੀਆਂ ਬਨੈਣ, ਹੈ ਨਾ, ਟਰਾਊਜ਼ਰ, ਪੈਂਟਾਂ, ਅਤੇ ਕਹਿੰਦੇ ਸੌਕਸ ਦੇ ਜਿਹੜੇ ਪੇਅਰ ਬਣਾਉਂਗੀ, ਜੁਰਾਬਾਂ ਦੇ ਜੋੜੇ ਇਹਨਾਂ ਲਈ ਬਣਾਵਾਂਗੀ। ਓਕੇ, ਦੈਨ ਆਈ ਵਿਲ ਮੇਕ 2 ਲਿਟਲ ਪੇਅਰਸ ਆਫ ਸ਼ੂਜ਼ ਫॉर ਦੈਮ ਸੈਡ ਦ ਸ਼ੂ ਮੇਕਰ। ਕਹਿੰਦਾ ਠੀਕ ਆ। ਹੁਣ ਸ਼ੂ ਮੇਕਰ ਕਹਿੰਦਾ ਤੂੰ ਵੀ ਇਹਨਾਂ ਲਈ ਇੰਨਾ ਕੁਛ ਬਣਾਵਾਂਗੀ, ਅਤੇ ਮੈਂ ਵੀ ਕੀ ਕਰੂੰਗਾ, ਮੈਂ ਵੀ ਉਹਨਾਂ ਦੇ ਵਾਸਤੇ ਛੋਟੇ ਛੋਟੇ ਬੂਟਾਂ ਦੇ ਜੋੜੇ ਤਿਆਰ ਕਰਾਂਗਾ। ਵੈਨ ਐਵਰੀਥਿੰਗ ਵਾਜ਼ ਰੈਡੀ ਦੇ ਲੈਡ ਦੇਅਰ ਪ੍ਰੈਜ਼ੈਂਟ ਔਨ ਦ ਟੇਬਲ ਐਂਡ ਹਿਡ ਦੈਮਸੈਲਵਸ। ਜਦੋਂ ਸਾਰਾ ਕੁਛ ਤਿਆਰ ਹੋ ਗਿਆ, ਫਿਰ ਉਹਨਾਂ ਨੇ ਕੀ ਕੀਤਾ, ਉਹ ਸਾਰੇ ਉਹਨਾਂ ਦੇ ਲਈ ਜਿਹੜੀਆਂ ਬਣਾਈਆਂ ਹੋਈਆਂ ਚੀਜ਼ਾਂ ਸੀ, ਤੋਹਫੇ ਸੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਟੇਬਲ ਦੇ ਉੱਪਰ ਰੱਖ ਦਿੱਤਾ ਅਤੇ ਆਪ ਫਿਰ ਲੁਕ ਗਏ। ਐਟ ਮਿਡਨਾਈਟ ਦ ਐਲਵਸ ਕੇਮ ਇਨ। ਫਿਰ ਜਦੋਂ ਅੱਧੀ ਰਾਤ ਹੋਈ ਅਤੇ ਦੁਬਾਰਾ ਹੀ ਉਹ ਬੌਣੇ ਜਿਹੜੇ ਸੀ ਨਾ, ਬੌਣੇ, ਉਹ ਦੁਬਾਰਾ ਤੋਂ ਆ ਗਏ। ਦੇ ਵਰ ਡਿਲਾਈਟਿਡ ਟੂ ਫਾਈਂਡ ਦ ਗਿਫਟਸ। ਅਤੇ ਉਹਨਾਂ ਨੂੰ ਬੜੀ ਖੁਸ਼ੀ ਹੋਈ, ਡਿਲਾਈਟਿਡ ਬਹੁਤ ਖੁਸ਼ੀ ਹੋਈ, ਟੂ ਫਾਈਂਡ ਦ ਗਿਫਟਸ, ਜਦੋਂ ਉਹਨਾਂ ਨੇ ਗਿਫਟਸ ਦੇਖੇ। ਜਦੋਂ ਵੀ ਆਪਾਂ ਨੂੰ ਕੋਈ ਗਿਫਟ ਦਿੰਦਾ, ਆਪਾਂ ਨੂੰ ਵੀ ਖੁਸ਼ੀ ਹੁੰਦੀ ਹੈ ਨਾ, ਅਤੇ ਉਹਨਾਂ ਨੂੰ ਵੀ ਉਹ ਗਿਫਟ ਦੇਖ ਕੇ ਬਹੁਤ ਖੁਸ਼ੀ ਹੋਈ। ਬੋਥ ਦ ਐਲਵਸ ਡਰੈਸਡ ਦੈਮਸੈਲਵਸ ਇਨ ਦ ਨਿਊ ਕਲੋਥਸ। ਫਿਰ ਉਹਨਾਂ ਨੇ ਕੀਤਾ, ਜਦੋਂ ਹੀ ਉਹਨਾਂ ਨੇ ਦੇਖਿਆ ਨਿਊ ਕਲੋਥਸ ਪਏ, ਹੈ ਨਾ, ਨਵੇਂ ਕੱਪੜੇ ਪਏ ਆ, ਉਹਨਾਂ ਨੇ ਕੀ ਕੀਤਾ, ਫਟਾਫਟ ਉਹ ਕੱਪੜੇ ਪਾ ਲਏ। ਦੈਨ ਦੇ ਡਾਂਸਡ ਐਂਡ ਸੈਂਗ ਹੈਪੀਲੀ। ਫਿਰ ਉਹਨਾਂ ਨੇ ਨੱਚਣ ਲੱਗ ਗਏ ਉਹ, ਅਤੇ ਗਾਉਣ ਲੱਗ ਗਏ ਖੁਸ਼ੀ ਦੇ ਵਿੱਚ, ਨਵੇਂ ਕੱਪੜੇ ਪਾ ਕੇ, ਹੈ ਨਾ। ਆਹ ਦੇਖੋ, ਵਧੀਆ ਲੱਗਦੇ ਹੈ ਨਾ। ਉਹ ਪਿੱਛੇ ਛੁਪ ਕੇ ਦੇਖ ਰਿਹਾ ਸ਼ੂ ਮੇਕਰ ਅਤੇ ਉਹਦੀ ਵਾਈਫ, ਅਤੇ ਇੱਧਰ ਉਹਨਾਂ ਨੇ ਨਿਊ ਸ਼ੂਜ਼, ਨਿਊ ਡਰੈਸ, ਕੈਪਸ, ਹੈ ਨਾ, ਸਾਰਾ ਕੁਛ ਪਾ ਕੇ ਦੋਨੇ ਜਣੇ ਡਾਂਸ ਕਰ ਰਹੇ ਆ। ਹਾਂਜੀ, ਨਾਓ ਵੀ ਆਰ ਸੋ ਫਾਈਨ ਟੂ ਸੀ, ਗ੍ਰੇਸਫੁਲ, ਚੇਅਰਫੁਲ ਐਂਡ ਥੈਂਕਫੁਲ ਆਰ ਵੀ। ਅਤੇ ਉਹ ਗਾਉਣ ਲੱਗ ਗਏ ਇਸ ਤਰੀਕੇ ਨਾਲ, ਕਹਿੰਦੇ ਕਿ ਹੁਣ ਦੇਖੋ ਅਸੀਂ ਕਿੰਨੇ ਸੋਹਣੇ ਲੱਗਦੇ ਹਾਂ, ਅਤੇ ਅਸੀਂ ਕਿੰਨੇ ਸ਼ਾਨਦਾਰ, ਖੁਸ਼, ਅਤੇ ਕਿੰਨੇ ਕਹਿੰਦੇ ਅਸੀਂ ਵਧੀਆ ਹੋ ਗਏ ਹਾਂ, ਠੀਕ ਹੈ, ਅਤੇ ਅਸੀਂ ਥੈਂਕਫੁਲ ਵੀ ਹਾਂ, ਧੰਨਵਾਦੀ ਵੀ ਹਾਂ ਨਾਲ ਹੀ, ਕਿ ਸਾਨੂੰ ਇੰਨਾ ਕੁਛ ਮਿਲਿਆ। ਦੇ ਡਾਂਸਡ ਆਊਟ ਆਫ ਦ ਡੋਰਸ ਐਂਡ ਡਿਡ ਨੋਟ ਕਮ ਐਨੀ ਮੋਰ ਐਂਡ ਦ ਸ਼ੂ ਮੇਕਰ ਲਿਵਡ ਹੈਪੀਲੀ ਫੋਰ ਐਵਰ। ਹਾਂਜੀ, ਫਿਰ ਉਹ ਨੱਚਦੇ ਨੱਚਦੇ ਜਿਹੜਾ ਦਰਵਾਜ਼ਾ ਸੀ ਉਹ ਤੋਂ ਬਾਹਰ ਚਲੇ ਗਏ, ਅਤੇ ਉਸ ਤੋਂ ਬਾਅਦ ਫਿਰ ਉਹ ਦੁਬਾਰਾ ਕਦੀ ਵੀ ਨਹੀਂ ਆਏ। ਅਤੇ ਜਿਹੜਾ ਸ਼ੂ ਮੇਕਰ ਸੀ, ਇਸ ਤੋਂ ਬਾਅਦ ਹਮੇਸ਼ਾ ਹੀ ਉਹ ਖੁਸ਼ੀ ਖੁਸ਼ੀ ਰਹਿਣ ਲੱਗਾ। ਠੀਕ ਹੈ, ਹੁਣ ਦੇਖੋ, ਹੈਲਪ ਕੀਤੀ ਸੀ ਨਾ ਉਹਨਾਂ ਨੇ, ਸ਼ੂ ਮੇਕਰ ਦੀ ਹੈਲਪ ਕੀਤੀ ਸੀ, ਉਹਨੂੰ ਅਮੀਰ ਬਣਾ ਦਿੱਤਾ, ਹੈ ਨਾ। ਅਤੇ ਉਹਨਾਂ ਨੇ ਧੰਨਵਾਦ ਕਰਨ ਦੇ ਲਈ ਉਹਨਾਂ ਵਾਸਤੇ ਜਿਹੜੇ ਸੀ ਡਰੈਸਿਸ ਤਿਆਰ ਕਰਤੀਆਂ, ਸ਼ੂਜ਼ ਤਿਆਰ ਕਰਤੀਆਂ। ਠੀਕ ਹੈ, ਹੁਣ ਆਪਾਂ ਨੂੰ ਇਸ ਸਟੋਰੀ ਤੋਂ ਕੀ ਮਿਲਿਆ, ਆਪਾਂ ਨੂੰ ਸਿੱਖਣ ਲਈ, ਕਿ ਆਪਾਂ ਨੂੰ ਇੱਕ ਦੂਸਰੇ ਦੀ ਹੈਲਪ ਕਰਨੀ ਚਾਹੀਦੀ ਹੈ। ਠੀਕ ਹੈ, ਵਧੀਆ ਲੱਗੀ ਸਟੋਰੀ? ਠੀਕ ਹੈ, ਜੇ ਵਧੀਆ ਲੱਗੀ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲਿਖਣਾ। ਠੀਕ ਹੈ, ਅਤੇ ਤੁਸੀਂ ਕੀ ਕਰਨਾ, ਹੁਣ ਇਹ ਸਾਰੇ ਚੈਪਟਰਸ ਦੇ ਵਿੱਚੋਂ ਮੈਂ ਤੁਹਾਨੂੰ ਸਾਰੀ ਪੰਜਾਬੀ 'ਚ ਟਰਾਂਸਲੇਸ਼ਨ ਕਰਕੇ ਦੱਸਤੀ, ਤੁਸੀਂ ਇਹਦੇ ਵਿੱਚੋਂ ਹੋਰ ਵਰਡ ਮੀਨਿੰਗ, ਹੈ ਨਾ, ਨੋਟ ਕਰਨੇ ਆ, ਉਹਦੀ ਇੱਕ ਲਿਸਟ ਬਣਾ ਕੇ ਉਹਦੇ ਸਾਹਮਣੇ ਸਾਹਮਣੇ ਪੰਜਾਬੀ ਲਿਖਣੀ ਆ ਉਹਦੀ, ਫਿਰ ਉਹਨਾਂ ਨੂੰ ਕੀ ਕਰੋਗੇ, ਯਾਦ ਕਰੋਗੇ। ਠੀਕ ਹੈ, ਸੋ ਇਨ ਦਿਸ ਵੇ ਯੂ ਕੈਨ ਇੰਪਰੂਵ ਯੋਰ ਵੋਕੈਬਲਰੀ। ਤੁਹਾਡੇ ਕੋਲ ਇੰਗਲਿਸ਼ ਦੇ ਹੋਰ ਵਰਡਸ ਜਿਹੜੇ ਤੁਹਾਨੂੰ ਫਿਰ ਸਮਝ 'ਚ ਆਉਣੇ ਸ਼ੁਰੂ ਹੋ ਜਾਣਗੇ। ਠੀਕ ਹੈ, ਚਲੋ ਜੀ, ਹੁਣ ਆਪਾਂ ਕਰਦੇ ਹਾਂ ਗਲੋਸਰੀ। ਹਾਂਜੀ, ਨੰਬਰ 1 'ਤੇ ਕੀ ਸੀ, ਐਲਵਸ, ਤਾਂ ਪੜ੍ਹ ਹੀ ਲਿਆ ਆਪਾਂ ਨਾ। ਡਵਾਰਫ ਕ੍ਰੀਏਚਰਸ ਆਫ ਫੇਰੀ ਟੇਲਸ, ਜਿਹੜੀਆਂ ਆਪਾਂ ਕਹਾਣੀਆਂ ਨਹੀਂ ਸੁਣਦੇ, ਪਰੀਆਂ ਦੀਆਂ ਕਹਾਣੀਆਂ, ਉਹਦੇ 'ਚ ਆਪਾਂ ਇਹਨਾਂ ਜੀਵਾਂ ਬਾਰੇ ਸੁਣਦੇ ਹਾਂ ਵੀ ਬੌਣੇ ਹੁੰਦੇ ਆ ਨਾ, ਉਹਨਾਂ ਬਾਰੇ, ਉਹਨਾਂ ਨੂੰ ਆਪਾਂ ਐਲਵਸ ਹੀ ਕਹਿ ਦਿੰਦੇ ਹਾਂ। ਨੰਬਰ 2
शू मेकर, अ परसन हू मेक्स शूज़। ये भी मैं तुहानूं दसता भी जिहड़ा बंदा जां जिहड़ा परसन बूट तैयार करदा ना, बूट बनाउंदा उहनूं आपां शू मेकर कह दिंदे आ। नंबर 3 स्लीप इन अ स्टेट ऑफ स्लीप, जदों आपां सो जाने आ उहनूं आपां की कह दिंदे आ स्लीप, सौन दी हालत जिहड़ी हुंदी आ। अगे आ गया क्वाइट, क्वाइट मीनस कंप्लीटली, पूरी तरह। अगे आ गया नंबर 5 नीटली, नीटली का मतलब नाइसली, वधिया तरीके नाल, ठीक है। नंबर 6 मास्टरपीस, आउटस्टैंडिंग वर्क, मास्टरपीस का मतलब जोड़ा सब तो वधिया किया गया काम होवे, ठीक है। यह भी तुसी याद कर लेने आ। चलो जी हुण आपां आ गए एक्सरसाइजिस ते, ठीक है। हुण लैट्स आंसर, हुण तुसी सारी स्टोरी सुन ली आ, है ना, तो हुण ईजीली तुसी इन्हां दे आंसर जिहड़े आ उस सिलेबस ते अपनी स्टोरी दे विच्चों चैप्टर दे विच्चों वो लभ सकदे आ, ठीक है। नंबर 1 ते की क्वेश्चन आ, वॉज द शू मेकर रिच और पुअर, कि जिहड़ा शू मेकर सीगा वो अमीर सी जां गरीब सी, है ना। हुण तुहानूं पता ना इहदा आंसर की लिखोगे, द शू मेकर वॉज पुअर, इस तरह लिखोगे ना आंसर, ठीक है। हुण तुसीं आ बाकी दे आंसर्स भी लभ के लैसन दे विच्चों वो अपनी रफ कॉपी दे नोट करने आ। हाँ जी, सैकेंड क्वेश्चन सी वॉट डिड ही डू बिफोर ही फॉल असलीप, जदों सौण लई जाण तो पहला उहने की कीता सी। हू हैल्प द शू मेकर, शू मेकर दी किसने मदद की सी। वॉट डिड द विमेन डू फॉर द एल्ब्स, जिहड़ी वो औरत सी उहने बौणियां दे लई की कीता सी। वॉट डिड द मैन मेक फॉर देम, ते उस आदमी ने शू मेकर ने उन्हां लई मतलब की कीता सी, उहने उन्हां लई की बनाया सी। हाँ जी, हाँ जी, नैक्सट अपनी हुण एक्सरसाइज है बी पार्ट, मेक सेंटेंसिस यूजिंग द गिवन वर्ड्स। हुण आ सारे वर्ड्स जिहड़े है ना वो आपां स्टोरी च देखिया। नंबर 1 शू मेकर, नंबर 2 मॉर्निंग, नंबर 3 इवनिंग, नंबर 4 कॉबलर, नंबर 6 हैल्प, नंबर 7 शूज़। हाँ जी, हुण इहदे नूं तुसीं की करना, तुसीं ये सारे वर्ड्स नूं यूज़ करके इन्हां तो की बनाउणे आ सेंटेंसिस, ठीक है। हुण इन्हां सारियां दी तुहानूं पंजाबी भी पता है ना, इन्हां दा मतलब भी पता है, इसलिए तुसीं ईजीली इन्हां ते सेंटेंसिस बना सकदे आ। फॉर एग्जाम्पल नंबर 1 ते हैगा ना शू मेकर, इहदा तुसीं बना सकदे आ ही इज़ अ शू मेकर, ठीक है। ईजी तो ईजी तुसीं जो मर्जी बना लो, ठीक है। तुसीं इहदी प्रैक्टिस करनी है, अपने आप बनाउण दी प्रैक्टिस करनी है इहदी, ठीक है। इहदे च एक वर्ड हैगा कॉबलर, कॉबलर कौन हुंदा, जिहड़ा शूज़ दी रिपेयर करदा हुंदा है ना, मोची, उहनूं कॉबलर कह दिंदे आपां। हाँ जी, इस तो अगे देखो। हाँ जी, नैक्सट आ गया सी पार्ट, ऑब्जैक्टिव टाइप क्वेश्चनस। हुण इहदे चों ऑब्जैक्टिव टाइप क्वेश्चन आ गए, चूज़ द करैक्ट वर्ड आउट ऑफ द 3 ऑप्शनस। हुण इत्थे तुहानूं 3 ऑप्शनस भी दित्तियां होईयां A B C हरेक क्वेश्चन दे अगे, ते जिहड़ी भी करैक्ट ऑप्शन है ना उहनूं तुसीं की कर सकदे हो, टिक कर दो जां तुसीं अपनी नोटबुक ते लिखो। हाँ जी, नंबर 1 है द शू मेकर एंड हिज वाइफ वर वेरी रिच, पुअर और नाइदर रिच नॉर पुअर। हुण ये तुसीं देखना, आपां स्टोरी पढ़ी आ भी शू मेकर ते उहदी वाइफ जिहड़ी सी वो किस तरह दे सीगे। हाँ जी, नंबर 2 द नैक्सट मॉर्निंग द शू मेकर फाउंड डैश पेयर ऑफ शूज़, ठीक है। किहड़े किन्ने शूज़ दे पेयर मिले सी उहनूं, 1 2 या 3, वो तुसीं देख के लिखना, इत्थे टिक कर दिओ। नैक्सट क्वेश्चन नंबर 3 डैश केम इन टू द रूम एट मिडनाइट, मिडनाइट मीनस अद्धी रात नूं कौन आया सी रूम च, अ कॉबलर, 2 एल्ब्स या 2 डॉग्स। देखो हुण की हो सकदा आंसर। नैक्सट है नंबर 4 द मैन मेड डैश फॉर द एल्ब्स, मैन ने उस आदमी ने की बनाया सी एल्ब्स दे लई, 2 लिटल पेयर ऑफ शूज़, 2 टेबल्स एंड 1 चेयर, 2 चेयर्स एंड 1 टेबल। की बनाया सी वो तुसीं देख के इहनूं टिक कर दो। हाँ जी, नैक्सट आ गया वोकैबलरी, ठीक है। राइट द नेम्स ऑफ द फॉलोइंग, हुण आ पिक्चर्स दित्तियां होईयां क्लोथ्स दियां, है ना, जो आपां पाउने आ, ते इहदे अगे स्पेस दित्ती होई आ, तुसीं उत्थे लिखना है भी ये किहड़ी पिक्चर आ, उहदा नेम की है, ठीक है, पता ना थोड़ी। देखो जिस अगे की है शर्ट, ते उत्थे की लिख दो शर्ट। अगे भी तुसीं पिक्चर्स नूं देख सकदे ना, अपने आप लैसन दे विच भी है सारे, वो तुसीं इहदे सामने सामने नेम लिख देने इन्हां दे। अगे आ गई तुहाडी मैच द जैंडर्स।
हाँ जी, जेंडर्स की हुंदे आ, लिंग बदलो। चलो जी, इत्थे कॉलम ए दिता होया 8 ते साइड ते कॉलम बी दिता होया। इहनूं तुसीं की कर दो, मैचिंग करनी है इन्हां दी। अंकल नूं किस नाल मैच करोगे? आंट, है ना। नंबर 2 ते नैफ्यू, नंबर 3 लायन, नंबर 4 मिल्कमैन, नंबर 5 डॉग, नंबर 6 हस्बैंड, नंबर 7 बुल एंड नंबर 8 मॉन्क। ठीक है, हुण इहनूं तुसीं देखना ते मैच करना। ठीक है, हाँ जी, नैक्सट आ जाओ सी। फाइंड द ओपोजिट ऑफ द फॉलोइंग वर्ड्स फ्रॉम द मैजिक बॉक्स। हाँ जी, थल्ले एक मैजिक बॉक्स बनाया होया, देखो उपर दिते हुए आ 1 तो लेके 9 तक वर्ड्स, ते वो कह रहे आ कि तुसीं इस मैजिक बॉक्स दे विच्चों इन्हां दे ओपोजिट वर्ड्स लभणे आ। ठीक है, फॉर एग्जाम्पल नंबर 1 ते की दिता होया कम। हुण आपां नूं पता ही है कम दा मतलब की हुंदा, आउणा, है ना। ते ओहदा ओपोजिट की होया गो। हुण जे तुसीं ध्यान नाल इहनूं देखोगे ना, तुहानूं इहदा आंसर मिल जूगा इहदे च। 4th लाइन च है 1 2 3 4, 4th लाइन दे विच देखियो तुसीं गो लिखिया होया, GO, गो। इस तरीके नाल तुसीं सारे ही इहनूं विचों लभणे आ इहदे वर्ड्स, ओपोजिट वर्ड्स, ते उहदी आ नीचे स्पेस दित्ती हुई है उत्थे फिल कर दो। ठीक है, बुक्स के उपर फिल कर लो। ओके, ये भी बहुत इंटरस्टिंग है। चलो नैक्सट आ गया तुहाडा मैच द वर्ड्स इन कॉलम ए विद देयर सिनोनिम्स और सेम मीनिंग्स इन कॉलम बी। हाँ जी, सिनोनिम्स की हुंदे आ जिन्होंने आपां कह दिंदे आ समानार्थक शब्द। इधर ए दिता होया ना, ए साइड ते दिता होया 5 वर्ड्स, इधर बी साइड दिती हुई है। हुण इहनूं भी तुसीं नीयर, फास्ट, डिजीज़, बिगिन, हैप्पी आ वाले वर्ड्स दिते हुए है ना। डिजीज़ की हुंदी है ना, बीमारी। नीयर ਦਾ मतलब की हुंदा नेड़े। हुण उधरों तुसीं सिलैक्ट करना भी नीयर ਦਾ मतलब होर की हो सकदा, सेम। देखो पहला रैपिड, इलनैस, ग्लैड, क्लोज, स्टार्ट, इहदे विचों की हो सकदा नीयर ਦਾ नेड़े, क्लोज, है ना। क्लोज का भी मतलब नेड़े हुंदा ना, भी होर क्लोज हो जाओ, नेड़े हो जाओ। ठीक है, इस तरह फास्ट, फास्ट का मतलब की हुंदा तेज़, तो उधरों भी तुसीं लभना हुण भी फास्ट का की आ सकदा। ठीक है, इस तरीके नाल तुसीं ये कंप्लीट करने आ। हाँ जी, नैक्सट आ गया तुहाडा लैंगुएज कॉर्नर। नेम द फॉलोइंग पिक्चर्स। ये भी तुसीं पिक्चर्स देख के नीचे उन्हां दे नेम लिख दो, ईजी है बहुत, लिख सकते हो तुसीं, है ना। द above words written by you are nouns। हुण तुहानूं ये भी पता कि कोई भी नाम किसी व्यक्ति का, जगह का, चीज़ का, है ना, एनिमल का, वो सारे की हुंदे आ नाउन्स। तुसीं इत्थे नाउन्स फिल कर देने आ। चलो जी, आ गया नैक्सट, आ गई डेफिनेशन नाउन दी, जो कि मैं तुहानूं हुणे दस्सी सी, है ना। अ नाउन इज़ द नेम ऑफ अ पर्सन, प्लेस, एनिमल एंड थिंग। नाम जिहड़ा हुंदा वो किसी भी व्यक्ति, जगह ਜਾਂ जानवर ਜਾਂ चीज़, किसी भी चीज़ का नाम हो सकता। ठीक है, एग्जाम्पल्स भी दी हुई, परसन टीचर भी हो सकता, डॉक्टर भी हो सकता, किसी का नेम अमनदीप एक्सैक्ट्रा, कोई भी मर्जी नेम किसी भी व्यक्ति का। ठीक है, वो सारे की आ नाउन। अगे प्लेसिस, प्लेसिस की एग्जाम्पल दी हुई इतने हॉस्पिटल, गार्डन, डेली एक्सैक्ट्रा। ठीक है, प्लेसिस भी हुण स्कूल भी हो सकता, होर भी जिन्नियां भी प्लेसिस है कोई भी, वो सारियां की आ नाउन्स। अगे आगे एनिमल्स, डॉग, कैट, लाइन एक्सैक्ट्रा, जिन्ने भी एनिमल्स है वो भी सारे की है नाउन्स। अगे आ गई थिंग्स, पेंसिल, काइट, लॉक। ठीक है, कोई भी चीज़ तुसीं ऐड कर सकते इहदे च, होर भी वो सारियां की हुंदे आ नाउन, नेमिंग वर्ड्स, किसी भी चीज़ का नाम। हुण इहदे विच्चों ही एक्सरसाइज आ गई तुहाडी ए पार्ट। अंडरलाइन द नाउन्स इन द फॉलोइंग सेंटेंसिस। हाँ जी, नीचे 5 सेंटेंसिस दिते हुए आ, तुसीं इन्हां दे विच्चों जिहड़े भी नेम आ, है ना, कोई भी चीज़ का नाम, जिहड़ा आपां उस तरह पढ़िया ना उपरों कि कोई भी व्यक्ति का, किसी भी जानवर का, किसी भी चीज़ का, किसी भी जगह का कोई भी नेम आया इत्थे, तुसीं उहनूं की करना अंडरलाइन। देखो नंबर 1 ते आपां लभदे आ, द डॉग इज़ अ फेथफुल एनिमल। हुण देखो इहदे च किहड़े नेम लग्गिआ तुहानूं आए आ, एक तो डॉग, डॉग नूं अंडरलाइन कर दो, ते नाल ही आ एनिमल। ठीक है, वो भी आ गया। ठीक है, एक ही हो गए नाउन्स। हाँ जी, चलो अगे आ गया
इस बाकी दे जिहड़े रह गए वो तुसी खुद करोगे, ठीक है। मोती किल्ड द स्नेक, मुंबई इज़ अ बिग सिटी, शरण इज़ प्लेइंग फुटबॉल, माई टीचर गेव मी दिस बुक, ठीक है। ਇਹਦੇ ਵਿੱਚੋਂ ਤੁਸੀਂ नाउन ਜਿਹੜੇ भी हैगे आ ਉਹਨੂੰ अंडरलाइन कर देना। हाँ जी, बी पार्ट देखो, एनसर्कल द वर्ड्स शोइंग स्पैशल नेम ऑफ ए परसन प्लेस और थिंग। ਹੁਣ ਉਹ ਕਹ ਰਹੇ ਕਿ ਤੁਸੀਂ ਆ ਜਿਹੜੇ ਵਰਡਸ ਦਿੱਤੇ ਹੋਏ ਆ ਇਹਨਾਂ ਚੋਂ ਜਿਹੜੇ ਸਪੈਸ਼ਲ ਨੇਮ ਆ, ਸਪੈਸ਼ਲ ਨੇਮ ਮੀਨਸ ਖਾਸ ਨਾਮ ਆ ਜਿਹੜੇ, ਉਹਨਾਂ ਨੂੰ ਤੁਸੀਂ ਕੀ ਕਰੋ, ਸਰਕਲ ਕਰੋ, ਠੀਕ ਹੈ। ਜਿਸ ਤਰ੍ਹਾਂ ਫਸਟ ਲਾਈਨ 'ਚ ਦੇਖੋ ਸੁਖਨਾ ਲੇਕ, ਹੁਣ ਲੇਕਸ ਤਾਂ ਬਹੁਤ ਹੁੰਦੀਆਂ ਹੈ ਨਾ, ਬਟ ਖਾਸ ਲੇਕ ਜਿਹੜੀ ਕੋਈ ਸਪੈਸ਼ਲੀ ਹੋਵੇ ਇੱਕੋ ਹੀ, ਉਹ ਕਿਹੜੀ ਆ, ਸੁਖਨਾ ਲੇਕ, ठीक है। इस तरीके नाल दूसरी लाइन चो भी तुसी देखना, सनफ्लावर अंकल युवराज सिंह, बुक नेपाल पीकॉक, संडे क्लोथ्स एनिमल्स, इहदे विचों भी तुसी स्पैशल नेम जिहड़े आ सर्कल करने आ। दीज इनसर्कल्ड वर्ड्स आर प्रॉपर नाउन एंड द रेस्ट आर कॉमन नाउन। हाँ जी, जिहड़े तां हुण खास नाम हुंदे आ ना, वो सारे की हुंदे प्रॉपर नाउन, ते जिहड़े इहदे चों बाकी बच गए वो सारे की होणगे, कॉमन नाउन। जिस तरह आप कह सकते हैं तुसी सारे क्लास बॉयज़ गर्ल्स, आप कहने ये सारे बॉयज़ आ सारी गर्ल्स आ, ये हो गए कॉमन। तो जे आप इन्हां सारिਆਂ ਦੇ नेम भी पूछिए भी इस बॉय का नाम की आ, इस गर्ल का नाम की आ, जो भी ਉਹਦਾ नेम होएगा वो की आ गया, प्रॉपर नाउन, ठीक है। हाँ जी, द इम्पोर्टेंट थिंग टू रिमेंबर इज़ दैट प्रॉपर नाउन्स नेम स्पेसिफिक थिंग्स एंड दे बिगिन विद द कैपिटल लैटर। तो एक होर चीज़ तुसी ये याद रखनी है कि जिहड़े भी प्रॉपर नाउन हुंदे आ वो किसी खास चीज़ दे लई नाम हुंदे आ ना, तो वो हमेशा ही एक कैपिटल लैटर दे नाल शुरू हुंदे आ। कॉमन नाउन्स आर जनरल नेम्स एंड दे डू नॉट बिगिन विद द कैपिटल लैटर। तो जिहड़े कॉमन नाउन हुंदे आ वो आम तौर ते वरते गए जिहड़े नाम हुंदे आ ना वो हुंदे आ, ते उन्हां नूं अगे स्टार्ट करन तो पहलां आपां कैपिटल लैटर नहीं लगाउंदे। हाँ जी, नैक्सट आ गया, अंडरलाइन द नाउन्स in the following sentences and enlist them as common and proper noun। हाँ जी, ਇਹਦੇ ਵਿੱਚ ਹੁਣ ਤੁਸੀਂ ਕੀ ਕਰਨਾ कि ਪਹਿਲਾਂ ਤਾਂ ਤੁਸੀਂ ਨਾउन्स ਅੰਡਰਲਾਈਨ ਕਰ ਲੈਣੇ ਆ, ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਕਿ ਕੀ ਉਹ ਕਾਮਨ ਨਾउन ਆ ਜਾਂ ਪ੍ਰੋਪਰ ਨਾउन ਆ, ਫਿਰ ਤੁਸੀਂ ਇਹ ਵੀ ਮੈਂਸ਼ਨ ਕਰੋਗੇ। ਨੰਬਰ 1, ਮਾਈ ਸਿਸਟਰ ਇਜ਼ ਗੋਇੰਗ ਟੂ ਅੰਮ੍ਰਿਤਸਰ। ਹੁਣ ਦੇਖੋ ਇਹਦੇ 'ਚ ਕੀ ਆ, ਸਿਸਟਰ, ਸਿਸਟਰ ਕੀ ਹੋ ਗਿਆ, ਕਾਮਨ ਨਾउन, अंडरलाइन करके लिख दो कॉमन। तो नाल ही इधर की आ गया अमृतसर, अमृतसर तो एक ही है ना, प्रॉपर नाउन, इनू अंडरलाइन करके लिख दो प्रॉपर नाउन। हुण इस तरीके नाल तुसीं बाकी दियां सारियां जिहड़े सेंटेंसिस इनू रीड करो तो इनू तुसीं कंप्लीट करना। नंबर 2 ते आई हैव अ वुडन क्लॉक इन माई रूम, जसप्रीत विल जॉइन अस ऑन मंडे, माई ग्रैंडफादर हैज़ मैनी काउज, I have lost my water bottle, we will go to Delhi by train। ठीक है, इस तरीके नाल तुसीं इहनूं पढ़ के देखना, तुहानूं समझ आ जाएगी कि इहदे चों कॉमन नाउन किहड़े आ ते प्रॉपर नाउन किहड़े आ। इस तरह अलग अलग तुसीं लिस्ट बना सकदे इन्हां दी। हाँ जी, नैक्सट आ गए प्लूरल्स। राइट प्लूरल्स बाय एडिंग एस टू द फॉलोइंग नाउन्स। ये भी बहुत ईजी है ना, प्लूरल बनाने आ तुसीं एक वचन तो बहुवचन बनाने आ, तो ये पिछे कली एस लगेगी, कैरट कैरट्स, बाकी तुसीं आप करने आ, बोल बर्ड जग मंकी एंड स्टूल। ठीक है, कर लोगे ना। हाँ जी, अगे आ गया बी पार्ट, राइट प्लूरल्स बाय एडिंग ई एस टू द फॉलोइंग नाउन्स। हाँ जी, हुण आ जिहड़े वर्ड्स दिते होए आ इन्हां नूं भी प्लूरल बनाना, बट इहदे पिछे तुसीं की लगाओगे ई एस। जिस तरह फर्स्ट है बॉक्स, बॉक्स के पीछे की लगाता ई एस, की बन गया बॉक्सेस। ठीक है, इसी तरह मैच ग्लास ब्रश टोमैटो, इन्हां दे पिछे भी ई एस लगा के तुसीं इन्हां नूं प्लूरल च चेंज करना। चलो जी आगे नैक्सट आपां सी ते, राइट प्लूरल्स बाय एडिंग आई ई एस आफ्टर ओमिटिंग वाई। हाँ जी, हुण इहदे पिछे लास्ट दे विच सारिਆਂ ਦੇ वाई आ है ना, तुसीं इहदे च की करना वाई कट के उहदे पिछे आई ई एस लगा देना, तो वह की बन जाऊगा प्लूरल बन जाएगा। स्टोरी स्टोरीज़, इसी तरह सिटी बेबी लेडी फैमिली, इन्हां नूं भी तुसीं आई ई एस लगा के कंप्लीट करना। ठीक है ना, समझ आ रहा ना। हाँ जी, अगे आ गया डी,
ਰਾਈਟ ਪਲੂਰਲਸ ਬਾਈ ਚੇਂਜਿੰਗ ਦ ਵੋਵਲਸ। ਹਾਂਜੀ ਹੁਣ ਇਹਨੂੰ ਤੁਸੀਂ ਕੀ ਕਰਨਾ, ਪਲੂਰਲ ਇਹਦੇ ਵੀ ਚੇਂਜ ਕਰਨੇ ਆ, ਬਟ ਇਹਦੇ 'ਚ ਜਿਹੜਾ ਵੀ ਵੋਵਲ ਸਾਊਂਡ ਹੈ ਨਾ ਜਾਂ ਵੋਵਲ ਜਿਹੜਾ ਹੈਗਾ ਉਹਨੂੰ ਤੁਸੀਂ ਚੇਂਜ ਕਰਕੇ ਇਹਨੂੰ ਪਲੂਰਲ ਚੇਂਜ ਕਰ ਦੇਣਾ ਉਹਦਾ। ਜਿਸ ਤਰ੍ਹਾਂ ਫਸਟ ਹੈਗਾ ਮੈਨ, ਮੈਨ ਤੋਂ ਕੀ ਬਣ ਗਿਆ ਮੈਨ। ਇਸੇ ਤਰ੍ਹਾਂ ਵਿਮਨ, ਇਹਦੇ 'ਚੋਂ ਕੀ ਬਣ ਜਾਏਗਾ ਵਿਮਨ। ਇਸ ਤਰ੍ਹਾਂ ਤੁਸੀਂ ਬਾਕੀ ਦੇ ਵੀ ਜਿਹੜੇ ਆ ਵੋਵਲਸ ਚੇਂਜ ਕਰਕੇ ਉਹਨੂੰ ਪਲੂਰਲ ਬਣਾਉਣਾ। ਫੁੱਟ ਦਾ, ਟੂਥ ਐਂਡ ਮਾਊਸ। ਠੀਕ ਹੈ, ਅੱਗੇ ਆ ਗਏ ਆਰਟੀਕਲਸ। ਹਾਂਜੀ ਹੁਣ ਆਪਾਂ ਆ ਗਏ ਆਰਟੀਕਲਸ 'ਤੇ। fill in the blanks with suitable articles a, an and the। ਹੁਣ ਦੇਖੋ ਆਰਟੀਕਲਸ ਕਿੰਨੀ ਤਰ੍ਹਾਂ ਦੇ ਦੱਸੇ ਹੋਏ ਆ, 3 ਟਾਈਪਸ ਦੇ, a, an ਤੇ the। ਬਾਕੀ ਹੁਣ ਤੁਸੀਂ ਅਜੇ 5th ਕਲਾਸ 'ਚ ਹੋ ਤਾਂ ਜ਼ਿਆਦਾ ਡਿਟੇਲ ਤਾਂ ਤੁਹਾਨੂੰ ਨਹੀਂ ਦੱਸਦੇ, ਥੋੜ੍ਹਾ ਬਹੁਤ ਤੁਹਾਨੂੰ ਦੱਸ ਦਿੰਦੇ ਆ ਕਿ ਨਾ ਜਿਹੜੇ ਆਰਟੀਕਲਸ ਆ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਆ। ਠੀਕ ਹੈ, ਹਾਂਜੀ ਹੁਣ ਆਰਟੀਕਲਸ 2 ਤਰ੍ਹਾਂ ਦੇ ਹੋ ਗਏ, ਇੱਕ ਹੋ ਗਏ ਡੈਫੀਨਿਟ ਆਰਟੀਕਲਸ ਅਤੇ ਦੂਸਰੇ ਹੋ ਗਏ ਇਨਡੈਫੀਨਿਟ ਆਰਟੀਕਲਸ। ਠੀਕ ਹੈ, ਜਿਹੜਾ ਹੁਣ ਦ ਆ ਉਹ ਕਿਹੜਾ ਆਰਟੀਕਲ ਹੁੰਦਾ, ਡੈਫੀਨਿਟ ਆਰਟੀਕਲ, ਅਤੇ ਜਿਹੜਾ ਏ ਅਤੇ ਐਨ ਆ ਉਹ ਕਿਹੜੇ ਹੁੰਦੇ ਆ, ਇਨਡੈਫੀਨਿਟ ਆਰਟੀਕਲਸ। ਠੀਕ ਹੈ, ਹੁਣ ਤੁਸੀਂ ਇਹਨੂੰ ਯਾਦ ਕਿਸ ਤਰ੍ਹਾਂ ਰੱਖਣਾ ਵੀ ਕਿੱਥੇ ਏ ਲਗਾਉਣਾ ਆਪਾਂ, ਕਿੱਥੇ ਐਨ ਲਗਾਉਣਾ ਜਾਂ ਕਿੱਥੇ ਦ ਲਗਾਉਣਾ। ਠੀਕ ਹੈ, ਅਤੇ ਏ ਅਤੇ ਐਨ ਜਦੋਂ ਵੀ ਤੁਸੀਂ ਲਗਾਉਣਾ ਤੁਸੀਂ ਉੱਥੇ ਲਗਾਉਣਾ ਜਿੱਥੇ ਕਿਸੇ ਵੀ ਵਿਅਕਤੀ, ਵਸਤੂ ਜਾਂ ਜਗ੍ਹਾ ਹੈ ਨਾ ਜਿਹਦੇ ਬਾਰੇ ਤੁਹਾਨੂੰ ਪਹਿਲਾਂ ਜਾਣਕਾਰੀ ਨਾ ਹੋਵੇ। ਠੀਕ ਹੈ, ਉੱਥੇ ਤੁਸੀਂ ਕੀ ਲਗਾ ਸਕਦੇ ਆ, ਏ ਜਾਂ ਐਨ। ਠੀਕ ਹੈ, ਅਤੇ ਦ ਕਿੱਥੇ ਲਗਾਉਣਾ, ਜਿਹਦੇ ਬਾਰੇ ਆਪਾਂ ਨੂੰ ਪਹਿਲਾਂ ਹੀ ਜਾਣਕਾਰੀ ਹੁੰਦੀ ਆ, ਉੱਥੇ ਆਪਾਂ ਕੀ ਲਗਾ ਸਕਦੇ ਹਾਂ, ਦ। ਠੀਕ ਹੈ, ਫੋਰ ਐਗਜ਼ਾਮਪਲ ਤੁਸੀਂ ਇਸ ਤਰ੍ਹਾਂ ਸੋਚ ਸਕਦੇ ਆ, ਮੰਨ ਲਓ ਕਿ ਤੁਹਾਡੇ ਘਰ ਕੋਈ ਆਇਆ ਪਰਸਨ ਹੈ ਨਾ, ਉਹ ਬਾਹਰ ਖੜ੍ਹਾ, ਤੁਹਾਨੂੰ ਉਹਦੇ ਬਾਰੇ ਪਤਾ ਨਹੀਂ ਵੀ ਉਹ ਕੌਣ ਆ ਹੈ ਨਾ, ਤਾਂ ਤੁਸੀਂ ਆ ਕੇ ਅੰਦਰ ਕੀ ਕਹੋਗੇ ਕਿ ਬਾਹਰ ਕੋਈ ਆਇਆ ਹੈ ਨਾ, ਵੀ ਬਾਹਰ ਕੋਈ ਖੜ੍ਹਾ ਆ ਅਤੇ ਬਾਹਰ ਕੋਈ ਆਇਆ ਆ। ਉੱਥੇ ਕੀ ਆਏਗਾ, ਏ ਜਾਂ ਐਨ ਯੂਜ਼ ਹੋਏਗਾ। ਅਤੇ ਮੰਨ ਲਓ ਕਿ ਤੁਹਾਡੇ ਫਾਦਰ ਜਾਂ ਮਦਰ ਉਹਨਾਂ ਨੇ ਤੁਹਾਨੂੰ ਕਿਹਾ ਹੋਇਆ ਪਹਿਲਾਂ ਹੀ ਵੀ ਮੈਂ ਜਾ ਰਿਹਾ ਅੰਦਰ ਵਾਸ਼ਰੂਮ, ਜੇ ਕੋਈ ਬਾਹਰ ਆ ਪਰਸਨ ਆਏਗਾ ਠੀਕ ਹੈ ਤੁਸੀਂ ਉਹਨੂੰ ਅੰਦਰ ਬੁਲਾ ਕੇ ਅਤੇ ਉਹਨੂੰ ਅੰਦਰ ਬਿਠਾ ਲਓ। ਠੀਕ ਹੈ, ਜੇ ਉਹ ਆ ਗਿਆ ਇਸ ਤਰੀਕੇ ਨਾਲ ਮੰਨ ਲਓ ਜਿਹਦੇ ਬਾਰੇ ਤੁਹਾਨੂੰ ਪਤਾ ਹੀ ਆ, ਜੇ ਸਪੋਜ਼ ਕੋਈ ਉਹਨਾਂ ਵਿੱਚੋਂ ਆਇਆ ਅਤੇ ਤੁਸੀਂ ਅੰਦਰ ਆ ਕੇ ਕੀ ਦੱਸੋਗੇ ਕਿ ਉਹੀ ਪਰਸਨ ਆਏ ਆ ਜਿਹੜੇ ਬਾਰੇ ਤੁਸੀਂ ਕਿਹਾ ਸੀ ਵੀ ਉਹ ਆ ਗਏ ਆ ਹੈ ਨਾ, ਉੱਥੇ ਕੀ ਆ, ਦ, ਕਿਉਂਕਿ ਉੱਥੇ ਤੁਹਾਨੂੰ ਉਸ ਬਾਰੇ ਪਤਾ ਆ ਪਹਿਲਾਂ ਹੀ ਹੈ ਨਾ। ਅਤੇ ਨਾਲ ਹੀ ਇੱਕ ਚੀਜ਼ ਹੋਰ ਯਾਦ ਰੱਖ ਲਓ ਵੀ ਅਤੇ ਐਨ, ਅਤੇ ਐਨ ਦੋਨਾਂ ਦਾ ਮੀਨਿੰਗ ਤਾਂ ਇੱਕੋ ਹੀ ਹੁੰਦਾ, ਬਟ ਜਿੱਥੇ ਲਗਾਉਣਾ ਆ ਉਹ ਕਿਸ ਤਰੀਕੇ ਨਾਲ ਲਗਾਓਗੇ, ਜਿੱਥੇ ਵੀ ਵੋਬਲ ਸਾਊਂਡ ਆ, ਸਪੋਜ਼ ਜਿੱਥੇ ਤੁਹਾਨੂੰ ਏ, ਈ, ਆਈ, ਓ ਜਾਂ ਯੂ ਇਹਨਾਂ ਦੇ ਸਾਊਂਡ ਆ ਰਹੀ ਆ, ਠੀਕ ਹੈ ਵੋਵਲ ਸਾਊਂਡ ਆ ਰਹੀ ਆ, ਉੱਥੇ ਤੁਸੀਂ ਲਗਾ ਦਿਓ ਐਨ। ਅਤੇ ਜਿੱਥੇ ਤੁਹਾਨੂੰ ਕੌਂਸੋਨੈਂਟ ਸਾਊਂਡ ਆ ਰਹੀ ਆ, ਇਹਨਾਂ ਤੋਂ 5 ਤੋਂ ਇਲਾਵਾ ਜਿੰਨੇ 21 ਬਾਕੀ ਬਚੇ ਨਾ ਕੌਂਸੋਨੈਂਟ ਸਾਊਂਡਸ, ਉਹ ਉੱਥੇ ਤੁਸੀਂ ਕੀ ਲਗਾ ਸਕਦੇ ਆ, ਏ। ਠੀਕ ਹੈ, ਟੋਟਲ 26 ਲੈਟਰਸ ਹੁੰਦੇ ਨਾ ਐਲਫਾਬੈਟ ਹੁੰਦੇ ਆ, ਅਤੇ ਉਹਦੇ ਵਿੱਚੋਂ 5 ਆ ਗਏ ਆਪਣੇ ਵੋਵਲਸ ਅਤੇ 21 ਕਿੰਨੇ ਆ ਗਏ ਜਿਹੜੇ ਉਹ ਕੀ ਆ ਗਏ ਕੌਂਸੋਨੈਂਟ। ਠੀਕ ਹੈ, ਜਿੱਥੇ ਕੌਂਸੋਨੈਂਟ ਸਾਊਂਡ ਆ ਉੱਥੇ ਏ, ਅਤੇ ਜਿੱਥੇ ਵੋਵਲ ਸਾਊਂਡ ਆ ਉੱਥੇ ਐਨ। ਠੀਕ ਹੈ, ਅਤੇ ਦਾ ਇੱਕ ਹੋਰ ਯਾਦ ਰੱਖ ਸਕਦੇ ਹਾਂ ਕਿ ਦ ਜਿਹੜਾ ਆ ਉਹ ਯੂਨੀਕ, ਮਤਲਬ ਬਿਲਕੁਲ ਜਿਹੜੀ ਇੱਕੋ ਹੀ ਚੀਜ਼ ਅਲੱਗ ਚੀਜ਼ ਹੋਵੇ, ਠੀਕ ਹੈ ਯੂਨੀਕ ਚੀਜ਼ ਹੋਵੇ, ਉਹਦੇ ਲਈ ਆਪਾਂ ਲਗਾ ਸਕਦੇ ਹਾਂ। ਠੀਕ ਹੈ, ਬਾਕੀ ਫਿਲਹਾਲ ਇੰਨਾ ਕੁ ਯਾਦ ਰੱਖ ਲਓ। ਤੁਹਾਡੀ 5th ਦੀ ਕਲਾਸ 'ਚ ਜੇ ਤੁਹਾਡਾ ਇੰਨੀ ਜ਼ਿਆਦਾ ਡਿਟੇਲਸ ਨਹੀਂ ਆਉਂਦਾ, ਤੁਸੀਂ ਦੇਖੋ ਨੰਬਰ 1 ਦਿਸ ਇਜ਼ ਨੋਟ ਡੈਸ਼ ਈਜ਼ੀ ਐਕਸਰਸਾਈਜ਼। ਹਾਂਜੀ, ਹੁਣ ਇੱਥੇ ਕੀ ਆ, ਈਜ਼ੀ, ਈ ਹੈ ਨਾ, ਈਜ਼ੀ ਕਾਹਦੀ ਸਾਊਂਡ ਆ ਰਹੀ ਆ, ਈ ਦੀ ਸਾਊਂਡ ਆ ਰਹੀ ਹੈ ਨਾ ਵੋਵਲ ਸਾਊਂਡ, ਅਤੇ ਇਸ ਲਈ ਆਪਾਂ ਇੱਥੇ ਕੀ ਲਗਾਵਾਂਗੇ, ਐਨ। ਦਿਸ ਇਜ਼ ਨੋਟ ਐਨ ਈਜ਼ੀ ਐਕਸਰਸਾਈਜ਼। ਇਸੇ ਤਰੀਕੇ ਦੇ ਨਾਲ ਤੁਸੀਂ ਆ ਬਾਕੀ ਸਾਰੀਆਂ ਜਿਹੜੀਆਂ 2nd, 3rd, 4th ਦਿੱਤੀਆਂ ਹੋਈਆਂ ਫਿਲਅਪਸ ਇਹਨੂੰ ਕੰਪਲੀਟ ਕਰਨਾ। ਮੀਨੂ ਹੈਜ਼ ਡੈਸ਼ ਬਨਾਨਾ ਐਂਡ ਡੈਸ਼ ਐਪਲ ਇਨ ਹਰ ਬੈਗ। Rajat is a hard worker and dash honest boy. Dash sun is very hot and bright today. Number 5. My uncle has baked dash cake for me. Number 6. Today I helped dash old man and dash young lady. Number 7. We planned to visit dash Red Fort. Number 8. Girls will play
इन डैश पार्क नियर माई हाउस। ठीक है, इन्हां दे विच हुण तुसीं आर्टिकल्स लगाने आ, ए एन या द। हाँ जी, नैक्सट आ गया 4th नंबर, लिसन स्पीक एंड इंजॉय। टीचर विल इनकरेज द स्टूडेंट्स टू प्रैक्टिस फॉलोइंग कन्वर्सेशन। हाँ जी, इत्थे हुण तुसीं बोलण दे लई प्रैक्टिस करनी आ। ठीक है, स्पीकिंग तुहाडी जिहड़ी आ, जिस तरह लिखा हुआ हाय गुरप्रीत, हाउ आर यू? आई एम फाइन थैंक यू। वट आर यू डूइंग? आई एम रीडिंग अ स्टोरी बुक। इस तरीके दे नाल तुसीं इहनूं बोल के देखना। ठीक है, कन्वर्सेशन करनी, एक दूसरे नाल गलबात करनी है। हाँ जी, नैक्सट आ गया लैट्स रीड। रीड अलाउड द फॉलोइंग वर्ड्स। इन्हां वर्ड्स नूं तुसीं सिर्फ रीड करना है। फाइट, लाइट, माइट, राइट, टाइट, नाइट, ब्राइट एंड साइट। ठीक है, जस्ट रीडिंग करनी है दी। हाँ जी, नैक्सट आ गया 6 नंबर ते लैट्स राइट। यूज़ द वर्ड्स गिवन बिलो टू कंप्लीट द फॉलोइंग सेंटेंसिस। हाँ जी, नीचे सेंटेंसिस दिते हुए आ, फिलअप्स दित्तियां हुई, उपर पिक्चर दी हुई, क्लूज भी दिते हुए तुहानूं, इट, फेथफुल, कालू, ब्लैक, प्ले। हुण तुसीं ये वाले वर्ड्स जिहड़े यूज़ करके नीचे फिलअप्स कंप्लीट करनी आ। समझ आ जानी है ना, ईजी है बहुत, कर लोगे तुसीं ये। हाँ जी, नैक्सट आ गया 7 नंबर, वैल्यू 1 लर्नड। वैल्यू I learnt. Trust in God as He is always there in our hours of need. परमात्मा 'च विश्वास रखना चाहिए, क्योंकि ਜਦੋਂ भी सानू किसी चीज़ की जरूरत ਹੁੰਦੀ ਆ, ਆਪਾਂ ਮੰਗਦੇ ਆ, ਉਹ हमेशा ਉੱਥੇ ही मौजूद ਹੁੰਦਾ ਆ। Teacher will discuss the importance of prayer in our daily life. ठीक है, प्रेयर ਹੁਣ देखो ਆਪਾਂ चैप्टर 'ਚ भी पढ़िया ना कि शूमेकर ने प्रेयर की सी, है ना, प्रे की सी उन्हें परमात्मा नूं भी मेरी हैल्प करो, तो उहदी उन्होंने हैल्प की सी। इसलिए आपां नूं पता ना कि प्रेयर कितनी पावरफुल हुंदी आ। जो भी चीज़ आपां नूं चाहीदी हुंदी आ, जे आपां सच्चे मन नाल उहनूं प्रेयर नाल मंगदे आ तो वो आपां नूं जरूर मिलदी आ। स्टूडेंट्स कैन नरेट एन इंसीडेंट वैन दे हैव हैल्पड एनीवन। ते स्टूडेंट्स जिहड़े आ, तुसीं मतलब विद्यार्थी कोई भी अपनी लाइफ का कोई भी एक इंसीडेंट, कोई भी घटना वो लिख सकते हैं जदों भी तुसीं किसी की हैल्प की होवे। ठीक है, तुसीं ट्राई करनी, जिन्ने भी सेंटेंसिस तुसीं लिख के देख सकते हैं वो लिखना। ठीक है, कई बार क्लास च तुसीं किसी बच्चे को कोई पैन नहीं हुंदा, नोटबुक नहीं हुंदी, तुसीं हैल्प कर दिंदे ना किसी दी फ्रेंड दी जां क्लास बच्चे दी अपने दी, ते उस तरीके नाल तुसीं कोई भी इंसीडेंट नूं लिख के देखना। हाँ जी, नैक्सट एक एक्टिविटी आ गई तुहाडी, प्रिपेयर योर आइडेंटिटी कार्ड बाय राइटिंग प्रॉपर नाउंस। तुसीं अपने लिए देखो आइडेंटिटी कार्ड, आई कार्ड वो तैयार करना। टेक अ पीस ऑफ चार्ट पेपर। सब तो पहला एक चार्ट का एक टुकड़ा ले लो। ठीक है, चार्ट लैके पेस्ट योर पिक्चर ऑन इट। इस तरीके ना साइड के उपर अपनी पासपोर्ट साइज़ पिक्चर लगा दो, लेटेस्ट जी होंगी होवे। राइट डाउन द डिटेल्स एज शोन। तो नीचे सारी डिटेल जी मंगी हुई है, नेम, फादर्स नेम, मदर्स नेम, डेट ऑफ बर्थ, क्लास, स्कूल, मोबाइल नंबर, एड्रैस, ये सारा कुछ सामने सामने तुसी उन्होंने लिख दो। अटैच अ स्ट्रिंग टू इट एंड यूज़ इट एज योर आइडेंटिटी कार्ड। तो फिर उन्होंने एक उपरों बन लो डोरी दे नाल, किसी चीज़ के नाल बन के, तो उन्होंने तुसी अपना आई कार्ड बना के यूज़ कर सकते हैं। ठीक है, एक तो एक्टिविटी होएगी तो नाल ही तुहाडे लई आई कार्ड तैयार हो जाएगा। ठीक है, थिंक ओवर इट। शूज़ प्रोवाइड अस प्रोटैक्शन एंड वार्मथ। हाँ जी, जिहड़े बूट होंदे आ वो सानू सुरक्षित भी रखते साडे पैरां नूं, ते निग भी दिंदे आ, गर्मी भी दिंदे आ, है ना, बचाव भी करते साडे पैरां दा। ठीक है, गंदे होण तो भी बचाउंदे आ, ते सानू जिहड़े जर्म्स वगैरह पैरां नूं लग सकदे हुंदे ना नंगे पैरां नूं, उन्हां तो भी बचाउंदे आ। फर्स्ट पेयर ऑफ शूज़ वॉज मेड 4000 ईयर्स अगो। तो जिहड़ा सब तो पहला जिहड़ा बूटां दा जोड़ा सी वो लगभग कदों बनाया गया सी? 4000 साल पहला बनाया गया सी। एन एवरेज परसन वॉक्स 2000 माइल्स अ ईयर। एक आम जिहड़ा व्यक्ति हुंदा वो अपनी लाइफ दे विच एक साल दे विच 2000 मील तक चलदा है। ठीक है, तो इस दे नाल ही तुसी हुण इस चैप्टर नूं ध्यान दे नाल रीड कर लो, तो जो एक्सरसाइजिज है वो करके देखने आ। तो जिथे किते तुहानूं प्रॉब्लम आ रही आ तुसी कॉमेंट सैक्शन च मेरे तो भी पूछ सकते हैं। ठीक है, थैंक यू वेरी मच स्टूडेंट्स, हैव अ नाइस डे।